हर रास मेरी मन वणजारा। श्री आनंद साहब की 31वीं पौड़ी प्रारंभ हो रही है। सतगुरु जी महाराज फरमान करते ने कि हे भाई, हरि परमेश्वर के सरूप की प्राप्ति कराने वाली भगती ही मेरी भाव साड़ी रास पूंजी है अते साडा मन इस दा बनजारा वणज करन वाला व्यापारी बनया होया है। हर रास मेरी मन वणजारा। हरि दे स्वरूप की प्राप्ति कराने वाली जो भगती है, वाहिगुरु का नाम है, यही साड़ी रास मूड़ी है, पूंजी है, ते मन इसका व्यापार करने वाला व्यापारी बनया होया है। सतगुर ते रास जानी। पर सच्चे गुरु तो ही परमेश्वर दी प्रेमा भगति रूप पूंजी की प्राप्ति जन कीती है। हर हर नित जपहु जियाहु। हे जीवो, जो हरि परमेश्वर तत्पद लाखरत रूप ते त्वंग पद लाखरत रूप है, उसनू गुरां द्वारा निता प्रति जपना करो। लाहा खटे हो दिहाड़ी। अते मनुखा जन्म दे विच आत्मा आनंद की प्राप्ति का लाभ खटना करो। एहो धन तिना मिलिया। नाम अमृत रूपी धन तिन्हां नूं प्राप्त हुंदा है। जिन हारे आपे भाना। जिन्हां दा करतब निष्काम कर्म आप हरि परमेश्वर नूं भा गया है, या जिन्हां ने आप हरि दे भाणे नूं मनना कीता है। नानक हर रास मेरी। सतगुरु साहब जी कहते ने कि हरि परमेश्वर दे नाम की सरदा ही साड़ी रास पूंजी है। मन हुआ बनजारा। जो साडा मन है, साडा चित है, गुरां द्वारा इस नाम नूं खरीदण वाला व्यापारी बनया होया है। रसना। हे मेरी रसां दी ज्ञाती रसना, हे मेरी जबाने। अन रस राज रही। तू अन होर द्वैत दे रसां या विषय रसां या खट्टे मिठे रसां आदिकां दे विच रच रही है। तेरी प्यास ना जाए। इन्हां रसा खसां दे खाने करके तेरी जो प्यास त्रिखा ये नहीं जाती। माया की तृष्णा तेरी निवृत्त नहीं हुंदी है। प्यास ना जाए होर तकिता। होर किसी पदार्थों के खाने या भोगने करके तेरी ये प्यास तेरी त्रिखा नहीं जावेगी। जिचर हारे रस पल्लै ना पाए। जितना जेर तू हरि परमेश्वर दे नाम रस नूं हिरदे रूप या बुद्धि रूप पल्ले विच नहीं पावेंगी, नहीं धारण करेंगी, उन्ना चिर तेरी प्यास नहीं जावेगी। हर रस पाई पल्लै। हरि परमेश्वर दे नाम रस नूं हिरदे रूप पल्ले या बुद्धि रूप पल्ले विच पाउणा कर। हरि रस अते हरि परमेश्वर दे नाम रस नूं पीना कर। बहुड़ ना तृष्णा लागै आय। बहुड़ मुड़ के फिर तेनू रसा कसां दी तृष्णा कदे भी आके नहीं लगेगी। एहो हरि रस करमी पाइयै। ये हरि परमेश्वर दे नाम दा रस या प्रेम
ਆਨੰਦ ਪੂਰਬਲੇ ਨਿਸ਼ਕਾਮ ਕਰਮਾਂ ਸਦਕਾ ਪ੍ਰਾਪਤ ਕਰੀਦਾ ਹੈ। ਇਸੇ ਪ੍ਰਕਾਰ ਇਹੋ ਹਰਿ ਰਸ ਕਰਮੀ ਪਾਈਐ। ਇਹ ਹਰੀ ਪਰਮੇਸ਼ਰ ਦੇ ਨਾਮ ਦਾ ਰਸ ਵਾਹਿਗੁਰੂ ਦੀ ਮਿਹਰ ਨਾਲ ਹੀ ਪਾਈਦਾ ਹੈ। ਸਤਿ ਗੁਰ ਮਿਲੈ ਜਿਸ ਪਰ ਉਸ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਜਿਸ ਨੂੰ ਮਨੁੱਖਾ ਜਨਮ ਦੇ ਵਿੱਚ ਆਏ ਹੋਏ ਨੂੰ ਸੱਚਾ ਗੁਰੂ ਮਿਲਦਾ ਹੈ। ਨਾਨਕ ਹੋਰ ਆਨ ਰਸ ਸਭ ਵਿਸਰੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਭਾਵ ਕਥਨ ਕਰਦੇ ਹਨ ਕਿ ਤਦ ਹੋਰ ਜਿਹੜੇ ਅੰਨ ਦੂਸਰੇ ਦਵੈਤ ਵਾਲੇ ਰਸ ਉਹ ਸਾਰੇ ਭੁੱਲ ਜਾਂਦੇ ਹਨ। ਹਰਿ ਵਸੈ ਮਨ ਆਈ। ਜਦ ਹਰੀ ਪਰਮੇਸ਼ਰ ਮਨ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ, ਇਉਂ ਗੁਰੂ ਜੀ ਨੇ ਰਸਨਾ ਨੂੰ ਉਪਦੇਸ਼ ਦਿੱਤਾ ਹੈ। ਰੇ ਜਿਹਬਾ ਕਰੋ ਸਤਖੰਡ, ਜਾਮ ਨ ਉਚਰਸ ਸ੍ਰੀ ਗੋਬਿੰਦ। ਇਹ ਮੇਰੀ ਇਹ ਜ਼ਬਾਨੇ ਤੈਨੂੰ ਮੈਂ 100 ਟੁਕੜੇ ਕਰ ਦਿਆਂਗਾ ਜੇ ਤੂੰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ 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 ਦੇ ਨਾਮ ਰਸ ਨੂੰ ਨਹੀਂ ਉਚਾਰੇਂਗੀ। ਜਲੇਬੀਆਂ ਖਾਈ ਜਾਂਦੀਆਂ, ਬਰਫੀ ਲੱਡੂ ਅਤੇ ਚਟਪਟੇ ਪਦਾਰਥ ਖਾਈ ਜਾਂਦੀ ਹੈ, ਵਾਹਿਗੁਰੂ ਦਾ ਨਾਮ ਤੂੰ ਕਿਉਂ ਨਹੀਂ ਜਪਦੀ? ਤੈਨੂੰ ਪਰਮਾਤਮਾ ਨੇ ਮੂੰਹ ਦੇ ਵਿੱਚ ਕੇਵਲ ਖਾਣ ਪੀਣ ਵਾਸਤੇ ਹੀ ਲਾਇਆ ਹੋਇਆ ਹੈ। ਹੋਰ ਨਾ ਰਸਾਂ ਨੂੰ ਤਾਂ ਤੂੰ ਭੱਜ ਭੱਜ ਕੇ ਪੈਂਦੀ ਹੈ ਅਤੇ ਮਹਾਰਾਜ ਦਾ ਨਾਮ ਕਿਉਂ ਨਹੀਂ ਜਪਦੀ ਹੈ? ਇਸ ਗੱਲ ਦਾ ਤੂੰ ਖਿਆਲ ਕਰ ਲੈ। ਜੇ ਤੂੰ ਵਾਹਿਗੁਰੂ ਦਾ ਨਾਮ ਨਹੀਂ ਜਪੇਂਗੀ ਤਾਂ ਸਤਿਗੁਰੂ ਮਹਾਰਾਜ ਨੇ ਆਖਿਆ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ। ਜਿਉਂ ਪੱਕਾ ਰੋਗੀ ਲਾਏ, ਪੱਕੇ ਰੋਗੀ ਦੀ ਤਰ੍ਹਾਂ ਤੂੰ ਵੀ ਪੱਕ ਜਾਏਂਗੀ, ਮਤਲਬ ਕੋੜ ਹੋ ਜਾਏਗਾ। ਇੱਕ ਵਾਰ ਫਿਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਖਾਂਦਿਆਂ ਖਾਂਦਿਆਂ ਮੋਹ ਇਕੱਠਾ, ਪ੍ਰਤੱਖ ਮੂੰਹ ਦੇ ਵਿੱਚ ਛਾਲੇ ਪੈ ਜਾਂਦੇ ਨੇ। ਪ੍ਰਤੱਖ ਉਲਟਾ ਸਿੱਧਾ ਖਾਣ ਨਾਲ ਜ਼ਬਾਨ ਪੱਕ ਜਾਂਦੀ ਹੈ। ਇਉਂ ਮੂੰਹ ਕੱਸ ਗਿਆ ਹੈ, ਫਿਰ ਵੀ ਤੂੰ ਵਾਹਿਗੁਰੂ ਦਾ ਨਾਮ ਰਸ ਨਹੀਂ ਲੈ ਰਹੀ। ਧੰਨ ਬਾਬਾ ਫਰੀਦ ਸਾਹਿਬ ਜੀ ਵੱਲ ਵੇਖ, ਜਿਨ੍ਹਾਂ ਨੇ ਆਪਣੀ ਮਾਤਾ ਜੀ ਨੂੰ ਕਹਿ ਦਿੱਤਾ ਕਿ ਹੇ ਮਾਤਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਦੁੱਧ। ਸਾਡੀ ਜਿਹੜੀ ਜ਼ਬਾਨ ਹੈ ਇਹ ਦੋ ਕੰਮ ਕਰਦੀ ਹੈ। ਇੱਕ ਤਾਂ ਬੋਲਣ ਦਾ ਕੰਮ ਕਰਦੀ ਹੈ, ਦੂਜੇ ਜ਼ਬਾਨ ਦੇ ਸਿਰੇ ਉੱਪਰ ਛੋਟੇ ਛੋਟੇ ਟਿਮਕਣੇ ਹੁੰਦੇ ਨੇ। ਉਹ ਅਗਲਾ ਜਿਹੜਾ ਹਿੱਸਾ ਹੈ ਉਹ ਖੱਟਾ ਮਿੱਠਾ, ਲੂਣ ਸਲੂਣਾ ਇਤਿਆਦਿਕ ਰਸਾਂ ਨੂੰ ਚੱਖਦੀ ਹੈ। ਉਹਨੂੰ ਰਸਨਾ ਮਹਾਰਾਜ ਨੇ ਆਖਿਆ ਹੈ। ਫਰੀਦ ਸਾਹਿਬ ਜੀ ਕਹਿੰਦੇ ਨੇ, ਮੈਂ ਗੁੜ ਵੀ ਖਾਧਾ, ਸ਼ਹਿਦ ਵੀ ਖਾਧਾ, ਮੱਝਾਂ ਦਾ ਦੁੱਧ ਵੀ ਪੀਤਾ ਹੈ, ਅਤੇ ਚੀਜ਼ਾਂ ਦਾ ਸਾਰੀਆਂ ਮਿੱਠੀਆਂ ਨੇ, ਪਰ ਜੋ ਵਾਹਿਗੁਰੂ ਦੇ ਨਾਮ ਦੇ ਰਸ ਦੀ ਮਿਠਾਸ ਹੈ ਇਹ ਕੁਝ ਅਲੌਕਿਕ ਕਿਸਮ ਦੀ ਹੋਈ ਹੈ। ਪਰਮਾਤਮਾ ਦਾ ਜੋ ਵਾਹਿਗੁਰੂ ਨਾਮ ਹੈ ਉਹਦੇ ਰਸ ਦੇ ਬਰਾਬਰ ਇਹ ਜੋ ਪ੍ਰਤੱਖ ਰਸ ਨੇ ਇਹ ਨਹੀਂ ਪਹੁੰਚ ਸਕਦੇ। ਸੋ ਇਹ ਮੇਰੀ ਰਸਨਾ, ਇਹ ਮੇਰੀ ਜ਼ਬਾਨ, ਰਸਨਾ ਜਪੈ ਨਾ ਨਾਮ। ਜੇ ਤੂੰ ਰਸਾ ਕਸਾਂ ਵਿੱਚ ਭਟਕਦੀ ਰਹੇਂਗੀ, ਵਾਹਿਗੁਰੂ ਦਾ ਨਾਮ ਨਹੀਂ ਜਪੇਂਗੀ, ਤਾਂ ਤਿਲ ਤਿਲ ਕਰ ਕੱਟੀ ਹੈ। ਤੈਨੂੰ
ਕੈਂਚੀ ਦੇ ਨਾਲ ਜਿਵੇਂ ਫੀਤਾ ਫੀਤਾ ਦਰਜੀ ਕੱਪੜਾ ਕੱਟਦਾ, ਇਉਂ ਤਿਲ ਤਿਲ ਟੋਟਾ ਟੋਟਾ ਕਰਕੇ ਭੋਰਾ ਭੋਰਾ ਕਰਕੇ ਵੱਢੀ ਜਾਵੇਂਗੀ ਜਾਂ ਵੱਢ ਦੇਣਾ ਚਾਹੀਦਾ ਹੈ। ਹਰ ਹਾਂ ਜਬ ਵਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀ ਹੈ। ਹਰ ਹਾਂ ਫੁਨਹਿਆਂ ਦੀ ਚਾਲ ਹੈ ਕਿ ਜਦ ਵਾਹਿਗੁਰੂ ਗੋਬਿੰਦ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਤਾਂ ਦਿਨ ਬ ਦਿਨ ਇਨਸਾਨ ਘਟਦਾ ਜਾਂਦਾ ਹੈ। ਇਸ ਲਈ ਅੱਜ ਕੱਲ੍ਹ ਕੀਰਤਨ ਦਰਬਾਰ ਬੜੇ ਹੁੰਦੇ ਨੇ। ਆਪਾਂ ਕੰਨ ਰਸ ਲੈ ਕੇ ਵਾਜੇ ਗਾਜੇ ਉਹਨਾਂ 'ਚ ਮਸਤ ਹੋ ਜਾਂਦੇ ਆ। ਗੁਰਬਾਣੀ ਦੇ ਸ਼ਬਦਾਂ ਵੱਲ ਧਿਆਨ ਘੱਟ ਹੁੰਦਾ, ਕੰਨ ਰਸ ਜ਼ਿਆਦਾ ਹੁੰਦਾ। ਸੋ ਕਿੰਨਾ ਚੰਗਾ ਹੋਵੇ ਜੇ ਜ਼ਬਾਨ ਵੀ ਆਪਾਂ ਹਿਲਾਈਏ। ਮਹਾਰਾਜ ਨੇ ਆਖਿਆ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਜ਼ਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਜਪਿਆ ਜਾਏ, ਹਿਰਦੇ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਆਰਾਧਨ ਕੀਤਾ ਜਾਏ। ਨੇਤਰੀ ਸਤਿਗੁਰ ਵੇਖਣਾ, ਅੱਖਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਜਾਣ। ਸਰਵਣੀ ਸੁਣਨਾ ਗੁਰ ਨਾਉ, ਕੰਨਾਂ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਸੁਣਿਆ ਜਾਏ। ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਓ। ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਤ ਦੇ। ਜਗ ਮੈਂ ਉਤਮ ਕਾਢੀਐ, ਬਿਰਲੇ ਕੇਈ ਕੇ। ਜਗਤ ਦੇ ਵਿੱਚ ਐਸੇ ਪੁਰਸ਼ ਭਾਗਾਂ ਵਾਲੇ ਕਹੇ ਜਾਂਦੇ ਹਨ। ਇਹ ਰਸਨਾ ਜਪ ਗੋਬਿੰਦੋ, ਇਹ ਮੇਰੀ ਰਸਨਾ, ਤੂੰ ਗੋਬਿੰਦ ਦਾ ਨਾਮ ਕਿਉਂ ਨਹੀਂ ਜਪਦੀ ਹੈ। ਪਾਤਸ਼ਾਹ ਜੀ ਦਾ ਬਚਨ ਹੈ, ਨੈਣ ਨਾ ਦੇਖੈ ਸਾਧ ਸੇ ਨੈਣ ਬੇਹਲਿਆ। ਜਿਹੜੀਆਂ ਅੱਖਾਂ ਸਾਧ ਸ੍ਰੇਸ਼ਟ ਸਤਿਗੁਰਾਂ ਦੇ ਦਰਸ਼ਨ ਨਹੀਂ ਕਰਦੀਆਂ, ਉਹ ਉਹਨਾਂ ਦਾ ਬੁਰਾ ਹਾਲ ਹੁੰਦਾ ਹੈ। ਕਰਨ ਸੁਨਹੀ ਨਾਦ ਕਰਨ ਮੁੰਦ ਘਾਲਿਆ। ਜਿਹੜੇ ਕੰਨ ਵਾਹਿਗੁਰੂ ਜੀ ਦੇ ਸ਼ਬਦ ਦਾ ਕੀਰਤਨ ਨਹੀਂ ਸੁਣਦੇ, ਉਹਨਾਂ ਸਿੱਕਾ ਢਾਲ ਕੇ ਪਾ ਕੇ ਕਹਿੰਦੇ ਉਹਨਾਂ ਨੂੰ ਮੁੰਦ ਦੇਣਾ ਚਾਹੀਦਾ, ਉਹਨਾਂ ਨੂੰ ਬੰਦ ਕਰ ਦਿਓ ਤਾਂ ਚੰਗਾ ਹੈ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਘਟੀਐ। ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀ ਹੈ। ਹੇ ਮੇਰੀ ਰਸਨਾ, ਤੂੰ ਦਿਨ ਬ ਦਿਨ ਘਟਦੀ ਜਾਏਗੀ, ਤੂੰ ਮੰਨਦੀ ਕਿਉਂ ਨਹੀਂ ਹੈ। ਰੇਹ ਜੇਬਾ ਕਰੋ ਸਤਖੰਡ, ਜਾਮਨਾ ਚਰ ਸ੍ਰੀ ਗੋਬਿੰਦ। ਰੰਗੀਲੇ ਜੀਬਾ ਹਰ ਕੇ ਨਾਏ, ਸੋ ਰੰਗ ਰੰਗੀਲੇ ਹਰ ਹਰ ਧਿਆਏ। ਤੋ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ। ਗੁਣ ਗਾਵੇ ਹਰ ਪ੍ਰਭ ਕੇਰੇ ਰਾਮ, ਤੇ ਸਰਵਣ ਭਲੇ ਸੋਭਨੀ ਕਹੈ ਮੇਰੀ ਜਿੰਦੜੀਏ। ਹਰ ਕੀਰਤਨ ਸੁਣੇ ਹਰ ਤੇਰੇ ਰਾਮ। ਇਹ ਮੇਰੀ ਇਹ ਜਿੰਦੇ, ਉਹ ਜਿਹੜੀ ਰਸਨਾ ਹੈ ਉਹ ਧਨ ਦਾ ਦੇ ਯੋਗ ਹੈ, ਭਾਗਾਂ ਵਾਲੀ ਹੈ। ਜਿਹੜੀ ਸਦਾ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੀ ਹੈ, ਉਹ ਕੰਨ ਸੋਭਨੀ ਕਹਨ। ਇਹ ਮੇਰੀ ਜਿੰਦੜੇ, ਹਰ ਕੀਰਤਨ ਸੁਣੇ ਹਰ ਤੇਰੇ ਰਾਮ। ਇਹ ਵਾਹਿਗੁਰੂ ਜਿਹੜੇ ਤੇਰੇ ਚੰਗੇ ਕੀਰਤਨ ਨੂੰ ਸੁਣਦੇ ਹਨ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ। ਜੋ ਜਾਏ ਲੱਗਿਆ ਗੁਰ ਪੈਰੇ ਰਾਮ। ਇਹ ਮੇਰੀ ਇਹ ਜਿੰਦੇ, ਉਹ ਸਿਰ ਪਵਿੱਤਰ ਹੈ, ਪਾਵਨ ਹੈ, ਜਿਹੜਾ ਗੁਰੂ ਜੀ ਦੇ ਚਰਨਾਂ ਵਿੱਚ ਜਾ ਲੱਗਦਾ ਹੈ। ਗੁਰ ਵਿਟੋ ਹੋ ਨਾਨਕ ਵਾਰੀਆ ਮੇਰੀ ਜਿੰਦੜੀਏ। ਜਿਨ ਹਰ ਹਰ ਨਾਮ 'ਚ ਤੇਰੇ ਰਾਮ। ਉਸ ਗੁਰੂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ, ਜਿਨ੍ਹਾਂ ਦੀ ਸੰਗਤ ਦੇ ਵਿੱਚ ਵਾਹਿਗੁਰੂ 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 ਨਾਮ ਦਾ ਚਿੰਤਨ ਕੀਤਾ ਜਾਂਦਾ ਹੈ। ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ। ਜੋ ਸਾਧੂ ਸਤਿਗੁਰ ਦੇਖੈ ਰਾਮ, ਉਹ ਨੇਤਰ ਸਫਲੇ ਹਨ, ਪ੍ਰਮਾਣ ਹਨ। ਇਹ ਮੇਰੀ ਇਹ ਜਿੰਦੇ,
ਜੋ ਸ੍ਰੇਸ਼ਟ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜੰਦੁੜੀਏ, ਜੋ ਹਰ ਜਸ ਹਰ ਹਰ ਲਿਖੈ ਰਾਮ। ਇਹ ਮੇਰੀ ਇਹ ਸੋਹਣੇ ਜਿੰਦੇ ਉਹ ਹੱਥ ਪਵਿੱਤਰ ਹਨ, ਜੋ ਹਰੀ ਪਰਮਾਤਮਾ ਅਕਾਲ ਪੁਰਖ ਦੀ ਸਿਫਤ ਸਲਾਹ ਲਿਖਦੇ ਹਨ। ਤਿਸ ਜਨ ਕੇ ਪਗ ਨਿਤ ਪੂਜੀਏ ਹੈ ਮੇਰੀ ਜੰਦੁੜੀਏ, ਜੋ ਮਾਰਗ ਧਰਮ ਚਲੇਸੈ ਰਾਮ। ਇਹ ਮੇਰੀ ਇਹ ਜਿੰਦੇ ਉਸ ਮਨੁੱਖ ਦੇ ਪੈਰ ਸਦਾ ਪੂਜੇ ਜਾਂਦੇ ਨੇ, ਜੋ ਧਰਮ ਦੇ ਰਸਤੇ ਦੇ ਉੱਪਰ ਚੱਲਦੇ ਨੇ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਨਾਨਕ ਤਿੰਨ ਮਿਟੋ ਹੋਂ ਵਾਰਿਆ ਮੇਰੀ ਜੰਦੁੜੀਏ, ਹਰ ਸੁਣ ਹਰ ਨਾਮ ਮਨੇਸੈ ਰਾਮ। ਇਹ ਮੇਰੀ ਇਹ ਜਿੰਦੇ ਅਸੀਂ ਉਹਨਾਂ ਵਡਭਾਗੀ ਮਨੁੱਖਾਂ ਤੋਂ ਕੁਰਬਾਨ ਪਾਈ ਜਾਂਦੇ ਆ, ਜੋ ਪਰਮਾਤਮਾ ਦਾ ਨਾਮ ਸੁਣ ਕੇ ਅਤੇ ਨਾਮ ਨੂੰ ਮੰਨਦੇ ਹਨ ਅਤੇ ਵਾਹਿਗੁਰੂ ਜੀ ਦੇ ਨਾਮ ਨੂੰ ਆਪਦੇ ਜੀਵਨ ਦਾ ਆਧਾਰ ਆਸਰਾ ਬਣਾ ਲੈਂਦੇ ਨੇ। ਵੇਖ ਤੇਰੇ ਨਾਲੋਂ ਤਾਂ ਧਰਤੀ ਚੰਗੀ ਹੈ, ਆਕਾਸ਼ ਚੰਗਾ ਹੈ, ਆ ਕੰਧਾਂ ਕੋਲੇ ਚੰਗੇ ਨੇ, ਪੰਛੀ ਚੰਗੇ ਨੇ, ਦਰਖਤ ਚੰਗੇ ਨੇ ਜੋ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ। ਤੂੰ ਬੰਦਾ ਬਣ ਕੇ ਚੇਤਨ ਹੋ ਕੇ ਜਾਣ ਵਾਲਾ ਹੋ ਕੇ ਵਾਹਿਗੁਰੂ ਦਾ ਨਾਮ ਨਹੀਂ ਜਪ ਰਿਹਾ, ਬੇਜਾਨ ਜੀਵ ਵੀ ਜਪ ਰਹੇ ਨੇ। ਫਰੀਦ ਸਾਹਿਬ ਨੇ ਪੰਛੀਆਂ ਨੂੰ ਸਲਾਹਿਆ, ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ ਕੱਕਰ ਚੁੱਗਣ ਥਲ ਵਸਨ। ਪਾਠ ਮੈਂ ਕੱਕਰ ਹੀ ਕਰਾਂਗਾ, ਅਰਥ ਕੰਕਰ ਦਾ ਹੈ, ਪਰ ਟਿੱਪੀ ਆਪਣੇ ਕੋਲ ਲਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ ਹੈ। ਕੱਕਰ ਚੁੱਗਣ ਥਲ ਵਸਨ, ਰੱਬ ਨਾ ਛੋਡਣ ਪਾਸ। ਉਹ ਜਿਹੜੇ ਪੰਛੀ ਨੇ ਜੰਗਲਾਂ ਦੇ ਕੰਕਰ ਆਦਿਕ ਚੁੱਕ ਕੇ ਗੁਜ਼ਾਰਾ ਕਰ ਲੈਂਦੇ, ਪਰ ਵਾਹਿਗੁਰੂ ਦਾ ਨਾਮ ਨਹੀਂ ਛੱਡਦੇ, ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਦੇ ਨੇ। ਆ ਧਰਤੀ ਵੱਲ ਵੇਖ, ਪਤਾਲ ਵੱਲ ਦੇਖ, ਆਕਾਸ਼ ਵੱਲ ਵੇਖ, ਸਭ ਵਾਹਿਗੁਰੂ ਜੀ ਦਾ ਨਾਮ ਜਪ ਰਿਹਾ। ਪੰਜੇ ਤੱਤ ਸੋ ਮਹਾਰਾਜ ਦੇ ਨਾਮ ਦੇ ਵਿੱਚ ਜੁੜੇ ਹੋਏ ਨੇ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੁੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੁੜੀਏ ਨੇ, ਤਾਂ ਹਰ 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 ਜਸ ਗਾਵੈ ਰਾਮ। ਧਰਤੀ ਪਤਾਲ ਆਕਾਸ਼ ਹਵਾ ਪਾਣੀ ਅੱਗ, ਇਹ ਪੰਜੇ ਦੇ ਪੰਜੇ ਤੱਤ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜੇ ਹੋਏ ਨੇ। ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਗਾ ਰਹੇ ਨੇ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਪਿਆਰ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਕੁਦਰਤ ਨੇਕੀਆਂ ਕੁਦਰਤ ਵਧੀਆਂ, ਕੁਦਰਤ ਮਾਨ ਅਭਿਮਾਨ। ਕੁਦਰਤ ਪੌਣ ਪਾਣੀ ਬੈ ਸੰਦਰ, ਕੁਦਰਤ ਧਰਤੀ ਖਾਗ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਸਭ ਕੁਦਰਤ ਪ੍ਰਭੂ ਦੇ ਨਾਮ ਦੇ ਵਿੱਚ ਜੁੜੀ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਵਿਸ਼ਾਲ ਦ੍ਰਿਸ਼ਟੀ ਵੇਖੋ। ਉਹ ਕਹਿੰਦੇ ਕੁਦਰਤ ਵਾਹਿਗੁਰੂ ਦੀ ਆਰਤੀ ਕਰ ਰਹੀ ਹੈ, ਆਪਾਂ ਬੰਦੇ ਬਣ ਗਏ ਨਹੀਂ ਗੁਰੂ ਮਹਾਰਾਜ ਦੀ ਸਿਫਤ ਕਰਦੇ। ਗਗਨ ਮੈਂ ਥਾਲ ਰਵਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਾਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਦ ਭੇਰੀ ਰਹਾਉ। ਸੋ ਇੰਜ ਕੁਦਰਤ ਪ੍ਰਭੂ ਪਰਮਾਤਮਾ ਦੀ ਆਰਤੀ ਕਰ ਰਹੀ ਹੈ। ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ, ਇਹ ਮੇਰੀ ਸੋਹਣੇ ਜਿੰਦੇ। ਤੈਨੂੰ ਹੀ ਮਹਾਰਾਜ ਮੱਥਾ ਮਾਰ ਮਾਰ ਸਮਝਾ ਰਹੇ ਨੇ, ਤੈਨੂੰ ਸਮਝ ਨਹੀਂ ਆ ਰਹੀ। ਤੂੰ ਨਾਮ ਜਪਣ ਦੇ ਵੱਲ ਮੁੜਦੀ ਹੋਈ ਨਹੀਂ ਹੈ। ਨਿੰਦਿਆ ਜਿੰਨੀ ਮਗਰਜੀ ਕਰਾ ਲਓ, ਚੁਗਲੀਆਂ ਜੋ ਮਰਜ਼ੀ ਸੁਣ ਲਓ। ਖਿਆਲ ਕਰ ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ ਮੋਹ ਕਾਲੇ ਤੇ ਨਿੰਦਕਾਂ, ਨਰਕੇ ਕੋਰ ਭਵਨ। ਝੂਠ ਜਿੰਨਾ ਮਰਜ਼ੀ ਬੁਲਾ ਲਓ। ਮੁਰਦਾ ਖਾਣ ਦੇ ਤੋਲੇ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਆਪਾਂ ਕਹਿੰਦੇ ਨੇ ਆਪਾਂ ਨੌਨ ਵੈਜ ਨਹੀਂ ਖਾਂਦੇ, ਆਪਾਂ ਤਾਂ ਵੈਜੀਟੇਰੀਅਨ ਹਾਂ ਜੀ। ਉਹ ਵੈਜੀਟੇਰੀਅਨ ਕੀ ਆਖੂਗਾ ਜਿਹਨੇ ਝੂਠ ਬੋਲਤਾ?
ਕਿਸੇ ਦਾ ਗਲਾ ਵੱਢਣ ਦੇ ਬਰਾਬਰ ਹੈ। ਅਸੰਖ ਗਲ ਵੱਢ ਹੱਤਿਆ ਕਮਾਹੇ, ਗਲਾ ਵੱਢ ਕੇ ਹੱਤਿਆ ਕਰਨ ਦੇ ਬਰਾਬਰ ਹੈ। ਝੂਠ ਬੋਲ ਕੇ ਕਿਸੇ ਨੂੰ ਮਰਵਾ ਦੇਣਾ, ਕਿਸੇ ਦਾ ਨੁਕਸਾਨ ਕਰਾ ਦੇਣਾ, ਕਿਸੇ ਨੂੰ ਮਾਰ ਪਵਾ ਦੇਣੀ, ਚੁਗਲੀਆਂ ਲਾ ਲਾ ਕੇ ਉਹਨੂੰ ਆਪਦੀ ਜੋਬ ਤੋਂ, ਨੌਕਰੀ ਤੋਂ ਨਿਕਲਵਾ ਦੇਣਾ, ਗਲਤ ਗੱਲਾਂ ਕਰ ਕਰਕੇ ਕਿਸੇ ਦਾ ਮਨ ਚੁੱਕ ਦੇਣਾ। ਘਰਾਂ ਦੇ ਘਰ ਲੋਕ ਚੁਗਲਖੋਰ ਜਿਹੜੇ ਨੇ ਉਹ ਬਰਬਾਦ ਕਰ ਦਿੰਦੇ ਨੇ। ਤੋ ਤੂੰ ਬੰਦਾ ਬਣ ਕੇ ਜਾਣ ਵਾਲੀ ਹੋ ਕੇ ਕਿਹੜੇ ਪਾਸੇ ਲੱਗੀ ਹੋਈ ਮੇਰੀ ਜਿੰਦੇ? ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੋੜੀਏ। ਜਿੰਨੇ ਵੀ ਜੰਗਲ ਘਾਹ ਕੱਖ ਕਣ ਜਿੰਨੇ ਵੀ ਆਕਾਰ ਨੇ ਹੈ ਮੇਰੀ ਜਿੰਦੇ। ਮੁਖ ਹਰ ਹਰ ਨਾਮ ਧਿਆਵੈ ਰਾਮ, ਸਭ ਦਿਸਦਾ ਸੰਸਾਰ ਆਪਣੇ ਮੂੰਹ ਨਾਲ ਹਰੇਕ ਪਰਮਾਤਮਾ ਦਾ ਨਾਮ ਜਪ ਰਿਹਾ। ਇੱਕ ਤੂੰ ਹੀ ਹੈ ਜੋ ਸਾਡੇ ਆਖੇ ਨਹੀਂ ਲੱਗ ਰਹੀ। ਨਾਨਕ ਤੇ ਹਰ ਦਰ ਪਹਿ ਨਾ ਆਇਆ ਮੇਰੀ ਜੰਦੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਇਹ ਮੇਰੀ ਇਹ ਸੋਹਣੇ ਜਿੰਦੇ, ਉਹ ਹਰੀ ਦੇ ਸੱਚਖੰਡ ਦਰਬਾਰ ਸਤਸੰਗਤ ਦਰਬਾਰ ਦੇ ਵਿੱਚ ਸਰੂਪੇ ਨਾਲ ਪਹਿਨਾਇਆ ਜਾਂਦਾ। ਜੋ ਮੁਖੀ ਗੁਰਾਂ ਦੀ ਭਗਤੀ ਦੇ ਵਿੱਚ ਆਪਦੇ ਮਨ ਨੂੰ ਲਾਉਂਦਾ ਹੈ। ਸੋ ਇਹ 32ਵੀਂ ਪੌੜੀ ਵਿੱਚ ਸਤਿਗੁਰੂ ਜੀ ਨੇ ਰਸਨਾ ਦਾ ਨਾਮ ਲੈ ਕੇ ਸਿੱਖਿਆ ਦਿੱਤੀ ਹੈ। ਹੁਣ ਸਮੁੱਚੇ ਸਰੀਰ ਦਾ ਫਿਰ ਇੱਕ ਇੰਦਰੀ ਦਾ ਨਾਮ ਲੈਣਗੇ, ਕੰਨਾਂ ਦਾ, ਅੱਖਾਂ ਦਾ। ਇਹ ਮਹਾਰਾਜ ਸਾਨੂੰ ਕਮੈਂਟ ਕਰਕੇ ਸਮਝਾ ਰਹੇ ਹਨ। ਕਹਿ ਨਾਨਕ ਹੋਰ ਆਨ ਰਸ ਸਭ ਵਿਸਰੇ। ਸਤਿਗੁਰੂ ਜੀ ਮਹਾਰਾਜ ਕਥਨ ਕਰਦੇ ਨੇ ਕਿ ਤਦ ਹੋਰ ਦੂਜੇ ਦਵੈਤ ਵਾਲੇ ਰਸ ਸਾਰੇ ਵਿਸਰ ਜਾਂਦੇ, ਭੁੱਲ ਜਾਂਦੇ ਹਨ। ਹਰਿ ਵਸੈ ਮਨ ਜਦ ਹਰੀ ਪਰਮੇਸ਼ਰ ਮਨ ਦੇ ਵਿੱਚ, ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਸਰੀਰਾ ਮੇਰਿਆ, ਇਹ ਮੇਰਿਆ ਸਰੀਰਾ, ਹਰ ਤੁਮ ਮਹਿ ਜੋਤ ਰੱਖੀ। ਇਸ ਮਨੁੱਖਾ ਦੇਹੀ ਵਿੱਚ ਜਦ ਹਰੀ ਪਰਮੇਸ਼ਰ ਨੇ ਤੇਰੇ ਵਿੱਚ ਆਪਣੀ ਜੋਤ, ਆਪਣੀ ਚੇਤਨ ਸੱਤਾ ਰੱਖੀ ਹੈ। ਤੂੰ ਜਗ ਮੈਂ ਆਇਆ, ਤਾਂ ਹੀ ਤੂੰ ਜਗਤ ਸੰਸਾਰ ਦੇ ਵਿੱਚ ਜਨਮ ਧਾਰ ਕੇ ਆਇਆ ਹੈ। ਵਾਹਿਗੁਰੂ ਜੀ ਦੀ ਜੋਤ ਤੋਂ ਬਗੈਰ ਤੂੰ ਕਿਵੇਂ ਆ ਸਕਦਾ ਸੀਗਾ? ਜਾਤ ਇਸ ਭਾਣਾ ਤਾਂ ਜੰਮਿਆ, ਜਦ ਵਾਹਿਗੁਰੂ ਜੀ ਦਾ ਹੁਕਮ ਹੋਇਆ ਤਾਂ ਤੂੰ ਜੰਮਿਆ। ਪਰਿਵਾਰ ਭਲਾ ਪਾਇਆ, ਪਰਿਵਾਰ ਨੂੰ ਤੂੰ ਚੰਗਾ ਲੱਗਾ ਹੈ। ਤੂੰ ਜਗ ਮੈਂ ਆਇਆ, ਤੂੰ ਤਾਂ ਹੀ ਜਗ ਵਿੱਚ ਆਇਆ ਜਦ ਵਾਹਿਗੁਰੂ ਜੀ ਨੇ ਇਹਦੇ ਵਿੱਚ ਸਾਹ ਪ੍ਰਾਣ ਪਾਏ ਹਨ। ਹਰ ਜੋਤ ਰੱਖੀ ਤੁਧ ਵਿੱਚ, ਹਰੀ ਪਰਮੇਸ਼ਰ ਨੇ ਆਪਣੀ ਜੋਤ ਚਿੱਤ ਸੱਤਾ ਤੇਰੇ ਵਿੱਚ ਰੱਖਣਾ ਕੀਤੀ ਹੈ। ਜਾਂ ਪਰਮੇਸ਼ਰ ਦੀ ਜੋਤ ਨੂੰ ਹਿਰਦੇ ਵਿੱਚ ਜੇ ਤੂੰ ਰੱਖੇਂਗਾ, ਤੂੰ ਜਗ ਮੈਂ ਆਇਆ, ਤੂੰ ਜਗ ਵਿੱਚ ਆਇਆ ਸਫਲਾ ਹੈ। ਆਇਆ ਸਫਲ ਕਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਬਣੀਐ। ਆਏ ਬਸੈ ਸਾਧੂ ਕੈ ਸੰਗੇ, ਅਣਦਿਨ ਨਾਮ ਧਿਆਵੈ ਰੰਗੇ। ਸੋ ਜੇ ਤੂੰ ਮਹਾਰਾਜ ਦਾ ਨਾਮ ਨਹੀਂ ਜਪੇਂਗਾ, ਸੰਗਤ ਨਹੀਂ ਕਰੇਂਗਾ, ਦੱਸ ਤੇਰੇ 'ਚ ਜੋਤ ਰੱਖੀ ਕਿਸ ਕੰਮ? ਇਹ ਤੇ ਮਹਾਰਾਜ ਨੇ ਐਵੇਂ ਮਿਹਨਤ ਮਾਰੀ, ਇੰਨਾ ਬੜਾ ਸੋਹਣਾ ਸਰੀਰ ਬਣਾ ਕੇ ਆਪਦੀ ਸ਼ਕਤੀ ਵੀ ਫਜ਼ੂਲ ਗਵਾਈ। ਤੂੰ ਪਾਵਰਾਂ ਨੂੰ ਗਲਤ ਤਰੀਕੇ ਨਾਲ ਵਰਤਦੇ ਆ। ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਜ। ਇਸ ਗੱਲ ਨੂੰ ਕੋਈ ਵਿਰਲਾ ਗੁਰਮੁਖ ਪਿਆਰਾ ਹੀ ਸਮਝਦਾ ਹੈ ਕਿ ਇਹ ਸਾਰਾ ਮਨੁੱਖਾ ਸਰੀਰ ਧਰਮ ਕਮਾਉਣ ਦੀ ਥਾਂ ਹੈ। ਇਸ ਵਿੱਚ ਸੱਚੇ ਪ੍ਰਭੂ ਨੇ ਆਪਦੀ ਜੋਤ ਲੁਕਾ ਕੇ ਰੱਖੀ ਹੋਈ ਹੈ। ਇਹ ਸਰੀਰ ਵਿੱਚ ਦੇਵੀ ਗੁਣ ਰੂਪ ਕੁਝੇ ਲਾ ਲੁਕੇ ਹੋਏ ਨੇ। ਸਤਿਗੁਰੂ ਦੇ ਸਨਮੁਖ ਹੋਇਆ ਕੋਈ ਵਿਰਲਾ ਗੁਰਮੁਖ ਇਹਨਾਂ ਨੂੰ ਪੁੱਟ ਕੇ ਭਾਵ ਡੂੰਘੀ ਵਿਚਾਰ ਨਾਲ ਹੀ ਕੱਢਦਾ ਹੈ। ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਅਤਪੋਤ। ਜਦੋਂ ਸੇਵਕ ਇਹ ਲਾ ਲੱਭ ਲੈਂਦਾ ਤਦੋਂ ਇੱਕ ਪ੍ਰਭੂ ਨੂੰ ਹੀ ਸਾਰੀ ਸ੍ਰਿਸ਼ਟੀ 'ਚ ਇੰਜ ਰਵਿਆ ਹੋਇਆ ਪਹਿਚਾਣਦਾ ਜਿਵੇਂ ਤਾਣੇ ਪੇਟੇ ਵਿੱਚ
ਇੱਕੋ ਸੂਤ ਹੁੰਦਾ ਹੈ। ਇੱਕ ਦੇਖਿਆ, ਇੱਕ ਮੰਨਿਆ, ਇੱਕੋ ਸੁਣਿਆ ਸਰਵਣ ਸਰੋਤ। ਇੱਕ ਨੂੰ ਹੀ ਸੁਣਦਾ, ਇੱਕ ਨੂੰ ਹੀ ਮੰਨਦਾ, ਇੱਕ ਨੂੰ ਹੀ ਦੇਖਦਾ। ਜਾਂ ਨਾਨਕ ਨਾਮ ਸਲਾਹੇ ਤੋਂ ਸਾ ਸੱਚੇ ਸੇਵਾ ਤੇਰੀ ਹੋਤ। ਪੇਖਣ ਸੁਨਨ ਸੁਨਾਵਨੋ ਮਨ ਮੈਂ ਦ੍ਰਿੜੀਐ ਸਾਜ। ਪੂ ਰਹੇ ਹੋ ਸਰਬਤਰ ਮੈਂ ਨਾਨਕ ਰੰਗ ਰਾਜ। ਮਾਰੇ ਕਹਿੰਦੇ ਤੂੰ ਇਸੇ ਤਰ੍ਹਾਂ ਨਾਮ ਦੀ ਉਸਤਤੀ ਕਰਿਆ ਕਰ। ਸੱਚਮੁੱਚ ਤੇਰੀ ਸੇਵਾ ਪ੍ਰਭੂ ਦੇ ਦਰ 'ਤੇ ਫਿਰ ਕਬੂਲ ਹੋ ਜਾਏਗੀ। ਤੇਰੇ ਵਿੱਚ ਵਾਹਿਗੁਰੂ ਨੇ ਜੋਤ ਤਾਂ ਰੱਖੀ ਸੀਗੀ ਵੀ ਤੂੰ ਵਾਹਿਗੁਰੂ ਜੀ ਦਾ ਨਾਮ ਜਪੇ, ਸੇਵਾ ਕਰੇ, ਸਿਮਰਨ ਕਰੇ। ਉਹਦੀ ਜੋਤ ਜਦ ਤੇਰੇ ਵਿੱਚ ਰੱਖੀ ਉਹਨੇ ਧਾਰ ਕੇ, ਤਾਂ ਹੀ ਤੂੰ ਜਗਤ ਵਿੱਚ ਆਇਆ। ਅਤੇ ਇਹ ਇੱਥੇ ਆਇਆ ਹੋਇਆ ਤਾਂ ਸਫਲ ਹੈ ਜੇਕਰ ਤੂੰ ਮਹਾਰਾਜ ਦਾ ਨਾਮ ਜਪੇ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਇਸ ਕਾਇਆ ਅੰਦਰ ਬਹੁਤ ਪਸਾਰਾ। ਇਹ ਸਰੀਰ ਦੇ ਵਿੱਚ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਕਾਇਆ ਬਹੁਖੰਡ ਖੋਜਤੇ ਨਮਨਿਤ ਪਾਈ, ਨਾ ਕਹ ਸ਼ਾਇਬੋ ਨਾ ਕਹ ਜਾਇਬੋ, ਰਾਮ ਕੀ ਦੁਹਾਈ। ਜੋ ਬ੍ਰਹਮੰਡ ਵਿੱਚ ਦਿਖਾਈ ਦੇ ਰਿਹਾ ਸਭ ਤੇਰੇ ਸਰੀਰ 'ਚ ਮਹਾਰਾਜ ਨੇ ਪਾਤਾ। ਇੱਥੋਂ ਤੱਕ ਵੀ ਸੱਚਖੰਡ ਹਰਿਮੰਦਰ ਸਾਹਿਬ ਵੀ ਤੇਰੇ ਅੰਦਰ ਹੀ ਬਣਾਤਾ। ਹਰ ਮੰਦਰ ਇਹੋ ਸਰੀਰ ਹੈ। ਕਿਉਂ ਹਰੀ ਦਾ ਮੰਦਰ ਹੈ? ਕਿਉਂਕਿ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਪਿਆਖ ਨਾ ਜਾਪੇ ਜੇ ਕਿਸੇ ਆਣੇ ਰਾਸ। ਆਪਦੇ ਰਹਿਣ ਦੀ ਜਗ੍ਹਾ ਬਣਾਈ ਹੋਈ ਹੈ। ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤੇ ਅਗਮੀ ਅਪਾਰਾ। ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਸੋ ਸਹਿ ਫਰਮਾਉਂਦੇ ਹਨ, ਹਰ ਜੋਤ ਰੱਖੀ ਤੁਧ ਵਿੱਚ। ਤੇਰੇ ਵਿੱਚ ਹਰੀ ਪਰਮੇਸ਼ਰ ਨੇ ਆਪਣੀ ਜੋਤ ਚੇਤਨ ਸੱਤਾ ਰੱਖਣਾ ਕੀਤੀ ਹੈ। ਤੂੰ ਜਗ ਮੈਂ ਆਇਆ, ਤਾਂ ਤੂੰ ਇਹ ਜਗ ਦੇ ਵਿੱਚ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ। ਅਰੇ ਆਪੇ ਮਾਤਾ ਆਪੇ ਪਿਤਾ। ਜਾਂ ਤੇਰਾ ਜਗ ਵਿੱਚ ਆਇਆ ਤਾਂ ਸਫਲ ਹੋਵੇਗਾ। ਅਤੇ ਪਰਮੇਸ਼ਰ ਦੀ ਜੋਤ ਨੂੰ ਜੋ ਤੇ ਹਿਰਦੇ ਵਿੱਚ ਦਰਸ਼ਨ ਕਰੇਗਾ। ਸਭਨਾਂ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਿਵੇਂ ਭਾਈ ਕਨ੍ਹਈਆ ਜੀ ਅਤੇ ਭਾਈ ਨੰਦ ਲਾਲ ਜੀ ਨੇ ਸਭਨਾਂ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਦੇਖਿਆ ਸੀ। ਤੂੰ ਇਸ ਤਰ੍ਹਾਂ ਜੇ ਮਹਾਰਾਜ ਦੀ ਜੋਤ ਸਭਨਾਂ 'ਚ ਵੇਖੇਗਾ ਤਾਂ ਤੇਰਾ ਆਉਣਾ ਸਫਲਾ ਹੈ। ਅਸੀਂ ਆਪ ਦੇ ਢਿੱਡ ਦੀ ਹੋਈ ਸੋਚਦੇ ਹਾਂ। ਅੱਜ ਕੱਲ੍ਹ ਕਾਹਦਾ ਰੌਲਾ, ਮੁਜ਼ਾਹਰੇ ਕਿਉਂ ਹੋ ਰਹੇ ਨੇ, ਸੰਘਰਸ਼ ਕਿਉਂ ਹੋ ਰਿਹਾ, ਕਿਸਾਨੀ ਸੰਘਰਸ਼। ਇਹੀ ਰੌਲਾ ਹੈ ਵੀ ਜਿਹੜਾ ਵੀ ਕੋਈ ਕੁਰਸੀ 'ਤੇ ਬੈਠ ਜਾਂਦਾ ਉਹ ਆਪਦੇ ਪੇਟ ਬਾਰੇ, ਆਪਦੇ ਬਾਰੇ ਹੀ ਸੋਚਦਾ ਹੈ, ਆਪਦੇ ਸਮਾਜ ਬਾਰੇ ਸੋਚਦਾ। ਉਹ ਸਰਬੱਤ ਦੇ ਭਲੇ ਬਾਰੇ ਨਹੀਂ ਸੋਚਦਾ, ਕਿਸੇ ਖਾਸ ਬੰਦੇ ਬਾਰੇ ਹੀ ਉਹਦੀ ਸੋਚ ਹੈ। ਇਉਂ ਜੋ ਤੂੰ ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਜੋਤ ਦੇਖੇਗਾ ਤਾਂ ਤੇਰਾ ਇੱਥੇ ਆਉਣਾ ਸਫਲਾ ਹੈ। ਜਿਨ ਜੀਉ ਪਾਈ ਜਗਤ ਦਿਖਾਇਆ। ਉਹ ਹਰੀ ਪਰਮੇਸ਼ਰ ਆਪੇ ਮਾਤਾ, ਅਭਿੰਨ ਨਿਮਿਤ ਉਪਾਦਾਨ ਕਾਰਨ ਹੋਣ ਕਰਕੇ ਆਪ ਹੀ ਮਾਤਾ ਰੂਪ ਹੈ ਅਤੇ ਆਪੇ ਪਿਤਾ, ਆਪ ਹੀ ਪਿਤਾ ਰੂਪ ਹੈ। ਜਿਨ ਜੀਉ ਉਪਾਏ, ਜਿਸ ਵਾਹਿਗੁਰੂ ਨੇ ਆਪਣੀ ਚੇਤਨ ਸੱਤਾ ਪਾ ਕੇ ਜੀ ਪੈਦਾ ਕਰਕੇ ਜਗਤ ਦਿਖਾਇਆ, ਇਹ ਸੰਸਾਰ ਦਿਖਾਉਣਾ ਕੀਤਾ। ਜਾਂ ਇਸੇ ਪ੍ਰਕਾਰ ਜਿਨ ਜੀਉ ਪਾਈ ਜਗਤ ਦਿਖਾਇਆ। ਜਿਸ ਨੇ ਆਪਣੀ ਚੇਤਨ ਸੱਤਾ ਪਾ ਕੇ ਤੇਰੀ ਸੂਖਮ ਸਥੂਲ ਦੇਹ ਪੈਦਾ ਕਰਕੇ ਤੈਨੂੰ ਜਗਤ ਦਿਖਾਉਣਾ ਕੀਤਾ ਹੈ। ਗੁਰ ਪ੍ਰਸਾਦੀ ਬੁੱਝਿਆ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਨੂੰ ਸਮਝਿਆ ਹੈ, ਚਲਤ ਹੁਆ। ਉਹਨਾਂ ਨੇ ਤਾਂ ਇਹ ਸਮਝ ਲਿਆ ਕਿ ਪਰਮੇਸ਼ਰ ਨੇ ਇੱਕ ਚਲਿੱਤਰ, ਕੌਤਕ,
ਰਚਿਆ ਹੋਇਆ ਇਹ ਖੇਡ ਹੀ ਬਣਾਈ ਹੋਈ ਹੈ। ਚਲਤ ਨਦਰੀ ਆਇਆ। ਔਰ ਉਹਨਾਂ ਨੂੰ ਇਹ ਸੰਸਾਰ ਚੱਲਦਾ ਹੋਇਆ ਨਦਰੀ ਦ੍ਰਿਸ਼ਟੀ ਆਇਆ ਹੈ। ਇਸੇ ਪ੍ਰਕਾਰ ਗੁਰ ਪ੍ਰਸਾਦੀ ਬੁੱਝਿਆ। ਉਹਨਾਂ ਗੁਰਾਂ ਦੀ ਕਿਰਪਾ ਦੁਆਰਾ ਸਮਝਿਆ ਆ ਚਲਤ ਹੁਆ। ਤਾਂ ਇਹ ਸੰਸਾਰ ਚਲਤ ਰੂਪ ਪ੍ਰਤੀਤ ਹੋਇਆ। ਚਲੰਤ ਰੂਪ ਕੇ ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ। ਮੋਹਲਤ ਪੁਰਨੀ ਚੱਲਣਾ ਤੂੰ ਸੰਭਲ ਘਰ ਬਾਰ। ਹਰ ਗੁਣ ਗਾਉ ਮਣਾ ਸਤਿਗੁਰ ਸੇ ਪਿਆਰ। जग जीवन ऐसा सुपने जैसा तो जग जीवन ऐसा सुपने जैसा जीवन सुपन समान। साज कर हम गाठ दीनी छोड़ परम निधान। बाबा बोलते ते कहाँ गए देही के संग रहते। सुरत माही जो नृत्य करते कथा वार्ता कहते। यह जो दुनिया सेहर मेला दस्तगिरी ना है। एक ਜਾਦੂ ਦੀ ਖੇਡ ਹੈ, ਬਾਜੀਗਰ ਦਾ ਤਮਾਸ਼ਾ ਹੈ। ਜਿਵੇਂ ਉਹ ਟਿੰਡ ਫੋੜੀ ਚੁੱਕ ਕੇ ਚੱਲਦਾ ਲੱਗਦਾ, ਹੱਥ ਪੱਲੇ ਕੁਛ ਨਹੀਂ ਲੱਗਦਾ, ਇੰਝ ਇਹਦੇ ਵਿੱਚ ਹੱਥ ਪੱਲੇ ਕੁਛ ਨਹੀਂ ਆਉਣ ਵਾਲਾ ਹੈ। ਸੋ ਇਹ ਸੰਸਾਰ ਮਦਾਰੀ ਦੀ ਖੇਡ ਦੀ ਤਰ੍ਹਾਂ ਸਤ ਪ੍ਰਤੀਤ ਹੋ ਰਿਹਾ ਸੀਗਾ। ਅਤੇ ਜਦ ਗੁਰਾਂ ਦੀ ਕਿਰਪਾ ਹੋਈ, ਗੁਰਾਂ ਦੀ ਕਿਰਪਾ ਦੁਆਰਾ ਪ੍ਰਭੂ ਨੂੰ ਜਾਣਿਆ ਤਦ ਇਹ ਮਦਾਰੀ ਦੀ ਖੇਡ ਰੂਪੀ ਨਜ਼ਰ ਆਇਆ। ਭਾਵ ਸੰਸਾਰ ਨੂੰ ਅਸੀਂ ਝੂਠਾ ਜਾਣ ਲਿਆ। ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਏਖ ਦਿਖਲਾਈ। ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਇੱਕ ਅੰਕਾਰਾ। ਇਹੋ ਜਗ ਧੂਏ ਕਾ ਪਹਾੜ, ਧੂਏ ਦਾ ਪਹਾੜ ਹੈ। ਉਹਨਾਂ ਦੇ ਵਿੱਚ ਪਾਣੀ ਨਹੀਂ ਹੁੰਦਾ ਅਤੇ ਕਲਾਊਡ ਬਣੇ ਹੁੰਦੇ ਹਨ। ਇਸ ਤਰ੍ਹਾਂ ਇਹ ਵੇਖਣ ਨੂੰ ਕਲਾਊਡ ਬੜਾ ਸੋਹਣਾ ਆਕਾਰ ਬਣਿਆ ਹੋਇਆ ਅਤੇ ਪਰ ਹੈ ਕੁਛ ਨਹੀਂ ਇਹਨਾਂ ਦੇ ਪੱਲੇ। ਜਦ ਮਹਾਰਾਜ ਦੀ ਜੋਤ ਵਿੱਚੋਂ ਨਿਕਲ ਗਈ, ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਬਖਿਆਨਾ। ਕੋਈ ਕਰਕੇ ਦਿਖਾਵੇ ਦਿਖਾਵੇ ਖਾਂ ਸਹੀ ਭਾਲੇ ਕੁਛ ਵੀ ਨਹੀਂ ਕਰ ਸਕਦਾ। ਨਾ ਇਹ ਵੇਖ ਸਕਦਾ, ਨਾ ਇਹ ਸੁਣ ਸਕਦਾ, ਨਾ ਕੁਝ ਕਰ ਸਕਦਾ ਹੈ। ਤੋ ਇਸ ਲਈ ਕਰਨ ਕਰਨ ਕਰਾਮਨੋ ਸਭਿਤ ਜਾਣਨਹਾਰ। ਉਹ ਸਾਰੇ ਕਾਰਨਾਂ ਨੂੰ ਕਰਨ ਵਾਲਾ ਆਪ ਹੀ ਪਰਮਾਤਮਾ ਸੀ। ਤਾਂ ਆਪੇ ਐਵੇਂ ਹੀ ਹੰਕਾਰ ਸਿਰ ਉੱਪਰ ਚੁੱਕਿਆ ਹੋਇਆ। ਇਹੋ ਜਗ ਧੂਏ ਕਾ ਪਹਾੜ ਤੈ ਸਾਚਾ ਮੰਨਿਆ। ਇਹ ਵਿਚਾਰ, ਜਿਹੜੀ ਵਿਚਾਰ ਨੂੰ ਲੈ ਕੇ ਤੂੰ ਸੱਚਾ ਮੰਨਿਆ ਹੋਇਆ। ਧਨ ਦਾਰਾ ਸੰਪਤ ਗ੍ਰਹਿ, ਧਨ ਇਸਤਰੀ ਜਾਇਦਾਦ ਇਹ ਕਾਰੋਬਾਰ ਕਾ ਸੰਗ ਨਾ ਚੱਲੈ। ਸਮਝ ਲੈ ਇਹ ਗੱਲ ਨੂੰ, ਸਮਝ ਲੈ ਤੇਰੇ ਨਾਲ ਕੁਝ ਨਹੀਂ ਹੋ ਜਾਣਾ। ਇੱਕ ਭਗਤ ਨਰਾਇਣ ਹੋਏ ਸੰਗ ਕਹੋ ਨਾਨਕ ਭਜ ਤੇ ਏਕ ਰੰਗ। ਇੱਕ ਮਹਾਰਾਜ ਦੀ ਭਗਤੀ ਤੇਰੇ ਨਾਲ ਜਾਵੇਗੀ। ਤੋ ਇੰਝ ਜਿਨ੍ਹਾਂ 'ਤੇ ਗੁਰਾਂ ਦੀ ਕਿਰਪਾ ਹੋਈ ਹੈ ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ ਹੈ। ਚਲਤ ਹੁਆ। ਤਾਂ ਗੁਰਾਂ ਦੀ ਕਿਰਪਾ ਦੁਆਰਾ ਇਹ ਸੰਸਾਰ ਇੱਕ ਖੇਡ ਚਲਿੱਤਰ ਰੂਪ ਨਜ਼ਰ ਆਇਆ। ਚਲਤ ਨਦਰੀ ਆਇਆ। ਮਤਲਬ ਇਹਨੂੰ ਝੂਠ ਜਾਣ ਲਿਆ ਹੈ। ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ऐसो यो संसार पेख ना रह न को पई है रे। सूते सूते रेग चलो तुम नदर को थक्का दवाई है रे। बारे बूढ़े तरुने पईया सब हु जब ले रजाई है रे। इस तरह मन में समझ आ गई कि सब कुछ नासबंत है। सतगुरु जी कहते ने कि सृष्टि का मूल रचिया। हे मेरे शरीरा, सृष्टि का जिहड़ा मूल कारण है वह अज्ञान है। इस अज्ञान द्वारा ही वाहिगुरु अकाल पुरख ने जगत ਨੂੰ ਰਚਨਾ ਕੀਤਾ ਹੈ। ਅਗਿਆਨੀ ਜੀਵ ਇਹਨੂੰ ਸਤ ਮੰਨਦਾ ਹੈ, ਪਰ ਜਿਨ੍ਹਾਂ ਨੂੰ ਮਹਾਰਾਜ ਦਾ ਗਿਆਨ ਹੋ ਗਿਆ ਉਹਨਾਂ ਨੇ ਇਸ ਨੂੰ ਨਾਸਬੰਦ ਸਮਝ ਲਿਆ। ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਣ ਸਿਰ ਉੱਪਰ ਮਰਨਾ। ਕਹਿੰਦੇ ਦੂਰ ਬੜਾ ਜਾਣਾ, ਸਿਰ ਉੱਪਰ ਮਰਨਾ ਕੂਕ ਰਿਹਾ ਹੈ। ਕਿਆ ਤੂੰ ਸੋਇਆ ਜਾਗ ਆਨਾ,
तै जीवन जग सच कर जाना, जिन जियो दिया सो रिजक अमरावै, सब कट भीतर हाट चलावै, कर बंदगी छाड़ मैं मेरा, हिरदय नाम संभार सवेरा। सवेरे सवेरे सवखते उठ के फस्ट टाइम ते, क्योंकि दिमाग रिलैक्स हुंदा, सारियां सोचां विचारां खत्म हुंदियां ने, नवां दिन चढ़िया नहीं हुंदा। ज्यों ही सूरज चढ़ गया त्यों मन खिंड जांदा। 8 बजे तक करीब करीब एकाग्रता बनी रहिंदी है। 8 बजे तो बाद किसी ने बिल तारना, किसी ने जॉब ते जाना, तो किसी ने कुछ वो दिहाड़ी शुरू हो जाती। तो इस वास्ते सवेर का मतलब यही है कि साडा दिमाग रिलैक्स हुंदा फस्ट टाइम दे। सो अजे सोचां विचारां दिन दियां आरंभ नहीं होईयां हुंदियां, इसलिए अमृत वेले उठ के बंदे खोज आपदे दिल विचों वाहिगुरू नूं लभ, नौनिधि अमृत प्रभ का नाम, देही मैं इसका विश्राम। बाहर दी भटकना नूं त्याग दे, काहे रे बन खोजन जाई। किते भी तुहाडा टाइम लगदा, काम किहड़ा सारी दिहाड़ी बंदा करदा रहिंदा, बच्चे भी किहड़ा सारी दिहाड़ी पढ़ते रहिंदे, कोई पीरियड मिस भी हो जाता। तो इंज स्पेसां नूं जे कवर करांगे, कित्थे भी समा मिलदा चौंकड़ा मार के, कंध वल मूँह करके जां ठाह नूं ध्यान करके आप दे आप विचों रब नूं लभो। बंदे खोज दिल हर रोज़। मैं वेखिआ भी जे माँ बच्चिਆਂ ਤੋਂ दूर रहिंदी है तो ਉਹਦਾ ध्यान बच्चिਆਂ 'ਚ ਰਹੂਗਾ, जे बच्चिਆਂ 'ਚ बैठ के रब ਨੂੰ ਲੱਭੂਗੀ ਉਹਦਾ ਮਨ ਟਿਕਿਆ ਰਹੂਗਾ। कोई भी बिजनेसमैन है जे आपदी फैक्ट्री ਜਾਂ कारोबार ਤੇ ਜਾ ਕੇ जपजी साहब सुखमनी साहब करूगा तो मेरे ख्याल मुताबिक टिकाऊ नाल करूगा, नहीं तो वो मन च भज दौड़ होगी भी जिंदरा खोलना, फलाने नूं काम ते लाउणा। आपदी काम ते जॉब ते बैठा सगों बंदा शांति च भी हुंदा जे। दूसरी गल ये भी है। तो इस वास्ते बंदा एक बार पहुँच गया सही, उस तो बाद आपदा माड़ा मोटा काम निबेड़ के तो फिर भी आपां महाराज नूं लभ सकते हाँ। दिल चों ही लभना, किसी होर जगह तो लभना नहीं। किसी नूं की पता भी की कर रहा, मूँह दे विच आपां सब कुछ बोल सकते कर सकते। महाराज कहंदे बंदे खोज दिल हर रोज़, ये काम डेली कर, हर रोज़ कर, ते ना फिर परेशानी माहे, फिर तेनों परेशान नहीं होना पऊगा। जो यमदूत वेख के मुड़को मुड़की शरीर हो जाता, पानियों पानी जान कढ़ण तो पहले ही निकल जाती है, उस तरह का नहीं होएगा, क्योंकि मनुखा जन्म की बाजी जीती जाऊगी। सो हिरदय नाम सवार सवेरा, जन्म सरानो पंथ ना सवारा, सांझ भरी दै दिस अंधियारा। उम्र मुक्कण दी आ रही है, पर तू अपना राह सुचज्जा क्यों नहीं बनाया। शामां पै गईयां, दसी पासी हनेरा ही हनेरा होने वाला, रब नूं तो लभ्या ही नहीं। कह रविदास निदान दीवाने, निदान ही अनजान न्याणे पुरशा। रविदास जी कहते ने तू कमला तो नहीं होया पिया, बंदा जापदा तू कमला ही है। सियाणे बंदे नूं तां समझ होनी चाहिए है, पर इन्ने ग्रंथ कूका मार के कह रहे नहीं ना प्रचार हो रहा, समझ तो फिर भी नहीं आ रही। चेतस नाही दुनिया फन खाने, जे समझ आई होंदी तो क्यों ना तू वाहिगुरू का नाम चेते करता। उचारण करो सतनाम श्री वाहिगुरू। ये दुनिया फन खाने, फना रूप है। सो ये जिहड़ा खाना है, ये दुनिया जिहड़ी है हमेशा रहने वाली नहीं, नाश हो जाने वाली है। इस गल नूं तो देखना कर। सो महाराज सच्चे पातशाह जी ने जद तेरे वे जोत रखी सीगी, तां ही तू जगत दे विच आया है। तू उहदी जोत नूं पा के मिसयूज कर रहा, गलत तरीके दे नाल आपदे मतलब वास्ते वरत रहा। चोरियां यारियां ठगियां ठोरियां दे विच तू उमरां नूं खराब कर रहा। ये गोल्डन जुबली सुनहरी मौका वाहिगुरू वल्लों तैनूं मनुक्खा जन्म दा बख्शिश कीता सीगा। 84 ਲੱਖ जूनां दे 84 दरवाजे समझ लो बंद पे ने। किसी जून च कोई पुन्न नहीं कर सकता, कोई दान नहीं कर सकता, कोई दान पुन्न नहीं उन्होंने लगता, कोई भजन बंदगी कोई भगती कोई सेवा करके मुक्त नहीं हो सकता। इको मनुखा जून का दरवाजा खुला होया, तू भी लंघ गया है, क्यों नहीं तू गल नूं समझदा है। चलत नजरी आया। सो
ਇਹ ਵਾਹਿਗੁਰੂ ਦੀ ਖੇਡ ਰੂਪ ਨਜ਼ਰ ਆਇਆ ਉਹਨਾਂ ਨੂੰ ਜਿਨ੍ਹਾਂ ਦੀ ਕਿਰਪਾ ਹੋਈ ਹੈ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਸਤਿਗੁਰੂ ਜੀ ਕਹਿੰਦੇ ਕਿ ਹੇ ਮੇਰੇ ਸਰੀਰਾ, ਸ੍ਰਿਸ਼ਟੀ ਦਾ ਮੁੱਢ ਕਾਰਨ ਜੋ ਅਗਿਆਨ ਹੈ, ਇਸ ਦੁਆਰਾ ਜਗਤ ਵਾਹਿਗੁਰੂ ਨੇ ਰਚਿਆ ਹੈ। ਇਸੇ ਪ੍ਰਕਾਰ ਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਜੋ ਸ੍ਰਿਸ਼ਟੀ ਦਾ ਮੂਲ ਕਾਰਨ ਬ੍ਰਹਮ ਹੈ, ਉਹਨੇ ਤੱਤਾਂ ਦੁਆਰਾ ਜਾਂ ਮਾਇਆ ਰੂਪ ਕਨਾਤ ਆਣ ਕੇ ਸੰਸਾਰ ਨੂੰ ਰਚਨਾ ਕੀਤਾ। ਇਨਸਾਨ ਨੂੰ ਭੁਲੇਖਾ ਜਿਹਾ ਪਾ ਦਿੱਤਾ, ਕੁਛ ਪਤਾ ਨਹੀਂ ਲੱਗਣ ਦਿੱਤਾ ਹੈ। ਮਾਂ ਸਮਝਦੀ ਹੈ ਪੁੱਤ ਮੇਰਾ ਹੈ, ਪੁੱਤ ਸਮਝਦਾ ਇਹ ਮਾਂ ਮੇਰੀ ਹੈ। ਤੇ ਪਰ ਕੇਤੀਆਂ ਕੇ ਬਾਪ, ਕੇਤੀਆਂ ਕੇ ਬੇਟੇ, ਕੇਤੇ ਗੁਰਚੇਲੇ ਹੋਏ। ਇਹ ਪੁਨਰ ਜਨਮ ਪਤਾ ਨਹੀਂ ਕਿੰਨੀ ਵਾਰ ਹੋਇਆ ਹੈ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਅਸੀਂ ਸਮਝਦੇ ਸਰੀਰ ਮੇਰਾ ਹੈ, ਇਹਨੂੰ ਸਵਾਰਨ ਦੇ ਵਿੱਚ, ਇਹਦੀਆਂ ਪਰਿਕਰਮਾਂ ਦੇ ਵਿੱਚ ਹੀ ਸਾਰੀ ਦਿਹਾੜੀ ਗੁਜ਼ਾਰ ਦਈਦੀ ਹੈ। ਪਰ ਇਹ ਸਰੀਰ ਪਤਾ ਨਹੀਂ ਕਿੰਨੇ ਚਿਰ ਦਾ ਸਿਲਸਿਲਾ ਚੱਲਦਾ ਆ ਰਿਹਾ। ਜਦ ਉਮਰ ਪੂਰੀ ਹੋ ਜਾਂਦੀ ਫਿਰ ਛੱਡਣਾ ਪੈਂਦਾ, ਫਿਰ ਨਵਾਂ ਲੈਣਾ ਪੈਂਦਾ। ਤੋ ਇਸ ਲਈ ਇਹਨੇ ਮੋਹ ਪਾ ਕੇ ਵਾਹਿਗੁਰੂ ਨੂੰ ਭੁਲਾਇਆ ਹੋਇਆ ਹੈ। ਇਸੇ ਪ੍ਰਕਾਰ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਆਪਣੀ ਚੇਤਨ ਸੱਤਾ ਪਾ ਕੇ ਸਤਿਗੁਰੂ ਜੀ ਕਹਿੰਦੇ ਸੰਸਾਰ ਨੂੰ ਵਾਹਿਗੁਰੂ ਨੇ ਰਚਨਾ ਕੀਤਾ ਹੈ। ਜੋਤ ਰਾਖੀ ਤੇਰੇ ਵਿੱਚ ਆਪਣੀ ਚੇਤਨ ਸੱਤਾ ਰੱਖਣਾ ਕੀਤੀ। ਤੂੰ ਜਗ ਮਹਿ ਆਇਆ। ਤਾਂ ਹੀ ਤੂੰ ਭਲਿਆ ਮਾਨਸਾ ਸੰਸਾਰ ਵਿੱਚ ਮਨੁੱਖਾ ਜਨਮ ਧਾਰ ਕੇ ਆਉਣਾ ਕੀਤਾ ਹੈ। ਇਸ ਲਈ ਸਮਝ ਜਾ, ਹੁਣੇ ਸਮਝਿਆ ਤਾਂ ਚੰਗਾ ਹੀ ਹੋ। ਜੇ ਨਹੀਂ ਸਮਝੇਗਾ ਤਾਂ ਮੈਂ ਹੈਰਾਨ ਹਾਂ ਤੇਰੇ 'ਤੇ ਵੀ ਤੂੰ ਸਮਝੇਗਾ ਕਦੋਂ, ਜਦੋਂ ਸਿਰ ਦੇ ਉੱਪਰ ਦੋ ਸਿੰਘ ਰੱਬ ਨੇ ਲਾਤੇ। ਗਿੱਠ ਲੰਬੀ ਜ਼ਬਾਨ ਗੂੰਗੀ ਕਰ ਦਿੱਤੀ, ਬੋਲਿਆ ਨਹੀਂ ਜਾਂਦਾ। ਵੱਡੇ ਵੱਡੇ ਕੰਨ ਲਾ ਦਿੱਤੇ, ਪੈਰ ਬਣਾ ਦਿੱਤੇ ਚਾਰ, ਹੱਥ ਹੈ ਹੀ ਨਹੀਂ, ਪੂਛ ਦੇ ਨਾਲ ਹੀ ਕੰਮ ਸਾਰਨਾ ਪੈਂਦਾ। ਮਤਲਬ ਡੰਗਰ ਬਣਾ ਦਿੱਤਾ ਕਿ ਤੂੰ ਉਦੋਂ ਭਜਨ ਕਰੇਗਾ। ਅਬ ਤੂੰ ਸੀਜ ਭਾਵੇਂ ਨਹੀਂ ਸੀਜ, ਹੁਣ ਤੂੰ ਭਾਵੇਂ ਅਸੀਂ ਤੈਨੂੰ ਸਾਰੀ ਗੱਲ ਸਮਝਾ ਦਿੰਦੇ ਹਾਂ, ਹੁਣ ਤੂੰ ਭਾਵੇਂ ਸਮਝ ਜਾ ਅਤੇ ਭਾਵੇਂ ਨਾ ਸਮਝ, ਇਹ ਤੇਰੇ ਆਪ ਦੇ ਹੱਥ ਵੱਸ ਹੈ। ਜਾਣ ਕੇ ਤੂੰ ਕੰਨਾਂ ਕੇਸ ਮਾਰੀ ਹੋਈ ਹੈ। ਅਬ ਤੂੰ ਸੀਜ ਭਾਵੇਂ ਨਹੀਂ ਸੀਜ, ਤੇ ਕਾਰਜ ਸਬਰੈ ਮਨ ਪ੍ਰਭ ਧਿਆਈ ਜ। ਇਹ ਮੇਰੇ ਅਮਨਾ ਤੇਰਾ ਕੰਮ ਸੌਰ ਜਾਊਗਾ ਹੀ ਜੇ ਸਾਡੇ ਆਕੇ ਲੱਗ ਗਿਆ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਦਾ ਨਾਮ ਜਪਿਆ ਕਰ, ਤੇ ਤਾਂ ਹੀ ਤੇਰਾ ਕੰਮ ਸੌਰੂਗਾ। ਜਿਹੜਾ ਭਗਤੀ ਵਾਲਾ ਪਰਲੋਕ ਦੀ ਪ੍ਰਾਪਤੀ, ਮਹਾਰਾਜ ਦੇ ਚਰਨਾਂ 'ਚ ਪਹੁੰਚਣ ਦਾ, ਨਰਕਾਂ ਤੋਂ ਬਚਣ ਦਾ। ਕਬੀਰ ਸਾਹਿਬ ਜੀ ਇੱਕ ਬਲਦ ਨੂੰ ਮਾਰ ਪੈਂਦੀ ਵੇਖ ਕੇ ਉਹਦਾ ਪਿਛਲਾ ਜਨਮ ਯਾਦ ਕਰਕੇ ਉਹਨੂੰ ਸਮਝਾ ਰਹੇ ਨੇ। ਪਿਛਲੇ ਜਨਮ 'ਚ ਕਿਸੇ ਜ਼ਿਮੀਂਦਾਰ ਦੇ ਘਰ ਉਹ ਦੁੱਧ ਮਲਾਈਆਂ ਘਿਓ ਖਾਂਦਾ ਹੋਇਆ ਵਾਹਿਗੁਰੂ ਦਾ ਚਿੰਤਨ ਨਹੀਂ ਸੀ ਕਰਦਾ। ਬੜਾ ਉਹਨੂੰ ਸਮਝਾਇਆ ਪਰ ਉਹ ਨਾ ਸਮਝਿਆ। ਫਿਰ ਬਲਦ ਬਣ ਕੇ ਜਦ ਲੇਖਾ ਦੇਣਾ ਪਿਆ ਅਤੇ ਫਿਰ ਚੌਂਕ ਦੇ ਵਿੱਚ ਬੈਠਾ ਮਾਰ ਖਾ ਰਿਹਾ ਸੀ, ਤੁਰ ਨਹੀਂ ਸੀ ਰਿਹਾ। ਕਬੀਰ ਜੀ ਨੇ ਪੁੱਛਿਆ ਕੀ ਹੋਇਆ? ਕਹਿੰਦੇ ਬਲਦ ਉੱਠ ਕੇ ਤੁਰਦਾ ਨਹੀਂ, ਖੇਤਾਂ ਨੂੰ ਨਹੀਂ ਜਾਂਦਾ। ਕਹਿੰਦੇ ਪਰੇ ਹੋਵੋ। ਉਹਦੇ ਕੰਨ ਸਮਝਾਇਆ ਵੀ ਭਲਿਆ ਲੋਕਾ, ਤੈਨੂੰ ਪਹਿਲਾਂ ਆਖਿਆ ਸੀ ਵੀ ਜਿਨ੍ਹਾਂ ਦਾ ਖਾਈਦਾ ਉਹਨਾਂ ਦਾ ਕੰਮ ਕਰੀਦਾ, ਅਤੇ ਜਾਂ ਫਿਰ ਕੋਈ ਕਰਾਮਾਤ ਨਾਲ ਕਿਸੇ ਦਾ ਕੰਮ ਸਵਾਰ ਦਿਓ। ਸ਼ਕਤੀ ਤੇਰੇ 'ਚ ਹੈ ਕੋਈ ਨਹੀਂ ਸੀ, ਕੰਮ ਤੋਂ ਕੀਤਾ ਨਹੀਂ, ਵੇਲੀਆਂ ਖਾਧੀਆਂ ਨੇ, ਹੁਣ ਲੇਖਾ ਦੇਣਾ ਪਊਗਾ। ਪਾਈ ਪਾਈ ਦਾ ਹਿਸਾਬ ਦਿੱਤਾ ਜਾਂਦਾ ਹੈ। ਕਹਿੰਦੇ ਜੋਗੀ ਹੋਵਾ ਜਗ ਭਵਾ। ਜੋਗੀ ਤਾਂ ਬਣ ਗਿਆ, ਲੋਕਾਂ ਦੇ ਬਾਣੇ ਮੁਫਤ ਦੀਆਂ ਮਿਲਦੀਆਂ, ਵਿਖਾਈ ਜਾਓ। ਚੋਲਾ ਜਿਹਾ ਪਾ ਲਓ, ਕੋਈ ਭਗਵਾਂ ਪਾ ਲੈਂਦਾ, ਕੋਈ ਚਿੱਟਾ ਪਾ ਲੈਂਦਾ, ਫੁਲਕਾਰੀਆਂ ਜੀਆਂ ਖੰਭ ਜੇ ਖਿਲਾਰ ਕੇ ਤੁਰੇ ਫਿਰਦੇ ਨੇ। ਕਹਿੰਦੇ ਜੋਗੀ ਹੋਵਾ ਜਗ ਭਵਾ, ਕੇਵਲ ਖਾਣ ਵਾਸਤੇ। ਘਰ ਘਰ ਭੀਖਿਆ ਲਿਓ, ਪੇਟ ਪੂਰਤੀ ਦਾ ਕੋਈ ਮਨਸਾ ਨਹੀਂ ਹੈ। ਉਹਦਾ ਤਾਂ ਕੋਈ ਲਾਂਭਾ ਨਹੀਂ, ਭੁੱਖ ਲੱਗੀ ਹੈ ਅਤੇ ਨਹੀਂ ਕੋਈ ਆਪ ਦਾ ਜੁਗਾੜ, ਤਾਂ ਕਿਸੇ ਕੋ ਮੰਗ ਕੇ ਖਾਣ ਦਾ ਲਾਂਭਾ ਕੋਈ ਨਹੀਂ। ਪੇਟ ਤਾਂ ਭਰਨਾ ਪਊ, ਅੱਗ ਤਾਂ ਬੁਝਾਉਣੀ ਪਊ।
पर गल लालच दी है, लालच बुरी बला है। एक घरों मंग लिया खा लिया तो संतोख नाल बंदा रब रब करे, वाहिगुरू वाहिगुरू माला फेरे। साधु संतां नूं बड़ा डेरे इन्नियां पैलियां, इन्हां दियां जमीनां, इन्ने ने सो चेले चेलियां जगाड़, इन्ने स्टोर बनाउण दा की लाभ होया जे किसी ते परोपकार जां भला नहीं कीता। घरों घर मंगदा रहा, जोगी होवा जग पवा, घर घर पीखिया ले, अंदर गया लेखा मंगी है। जद अगलियां लैन ला लई धर्मराज की कचहरी च, कल्ले कल्ले लेखा मंगिया तां किस किस उत्तर दिओ, किनू किनू उत्तर देंगा। चार भाव दुई सिंह गुंग मुख, सो महाराज ने चार पैर बना देने ने, दो सिर ते सिंह, मुँह तो गूंगा होएगा, तब कैसे गुण गई है। तद वाहिगुरू दे गुण किवें गाएगा भाई। हुण तूं चंगा भला बंदा बन के रसना दे नाल महाराज दा नाम नहीं जप रिहा। सारियां सिक्ख्यावां इंसान नूं ने, बंदे नूं ने, कोई होर जून नूं नहीं समझाउंदा है। इउं पातशाह जी कहंदे, भगत कबीर जी का बचन है कि जद तैनूं रब ने डंगर बना दिता, कि तू फिर उदों गुण गाएगा। तैनूं किसी गुरुद्वारे नहीं वड़न देना। उठत बैठत ठेका पर है, उड़दियां बहिंदियां तेरे सिर तो सोटा पएगा। तब करत मूड लुकाई है, हुण तां तैनूं शर्म आउंदी है। आखे जी लोग की कहणगे बंदा गुरुद्वारे जांदा, वो भलिओ मानसो कोई माड़ी गल थोड़ो आ। जे कहता कही जाए गुरुद्वारे आना माड़ा थोड़ो आ। लोग की कहणगे कि बाबा बन गया जी, गातरा पा लिया, ये कोई माड़ी गल है। लोग तो ये कहण भी वो ठेके ते क्यों जांदा, वो शराब क्यों पी रहा, वो पग बन गए दाढ़ी रख के मूँह नूं बीड़ी क्यों ला रहा, वो नशा क्यों वरत रहा, वो केस क्यों कटा रहा। लोग तो ये कहण, शर्म तो उन्होंने होनी चाहिए है, सगवांगे सानू आउंदी है। मूँह लकाई दा अगे फलाना पाठी है जी, दसो को माड़ी गल थोड़ो पाठ करना। रक्षा वाह के भी तो रोटी खानी है, झूठ बोल के भी तो प्रसादा छकना ही है जी। सच्चा नाम जप के सच्ची बाणी पढ़ के महाराज दे रहा, तो कोई माड़ी बात तो नहीं है। पाठ करना कोई चंगी गल, सब तो उत्तम श्रेष्ठ महाराज की बाणी पढ़न। गुरु साहब ने आख्या आयो सुनन पढ़न को बाणी। सानू शर्म आउंदी है, फलाना की आखो ये जी पाठ करदा जी, वो तो पाठी है जी। सो जिस तरह बहुत वड्डा गुनाह हुंदा, महाराज कहंदे भी हुण तां तैनूं शर्म आउंदी है, उदों शर्म नहीं आई जां उदों नहीं आएगी जदों कुत्ता बन गए सारे पिंड दा चक्कर लाऊंगा, दिने रात कोठियां कंधां कोलियां दे सोटे खाएगा, सूर बन के नगर नूं साफ करेगा मूँह दे नाल, उदों शर्म आउणी चाहीदी सी जां तैनूं उदों शर्म नहीं आऊगी। सूकर कूकर जोन भरमे, इन्नियां जूनां च तूं भरमदा आया। हुण बंदा रब ने बनाया तो सगों अमृत छक के केस दाढ़े रख के महाराज दा पाठ करना चाहिए। गुरु घर आउण दा काहदा। जे लोकां नूं बुरे काम करदियां चोरियां यारियां कमाउंदियां शर्म नहीं आउंदी, तो चंगा काम करन लग्या सानूं क्यों शर्म आए भाई। अपने काज को क्यों हलकाई है। महापुरख संत ज्ञानी जरनैल सिंह जी खालसा पिंडरां वालियां दी मैं कथा सुनदा रहा, तो परमहंस उन्होंने दे गुरमुख प्यारे बड़े उच्चे लम्मे जवान से, अजे भी मैनूं उन्हों के दर्शन याद ने। उन्होंने कहते काका पटकी च नहीं बननी, पग बनने की। मैं कहा जी जाच नहीं बाबा जी। कहते जो मर्जी है भी आ पटकी च नहीं बननी है। तो गात्रा उत्तों की महापुरख कहते भी उत्तों की पा के रखना। तो फिर उत्तों की पा के पढ़ाई की 9वीं क्लास तो बाद। तो बोलन वाले बोली जाते, आप बोल बोल के हट जाते। तो कई थक के हंब गए भी इन्हें आखे तो लगना नहीं। तो इस वास्ते कोई नुकसान का अजे तक होया नहीं, फायदा ही होया। जिथे भी गए तो महाराज ने कृपा ही की थी। तो इस वास्ते पातशाह जी कहते ने महापुरखों का वचन है, कहते भी जे तो कोई चोरी का माल होवे जां कोई लुक छिप होवे तां बंदा हेठों की गातरा पावे। कई डोरी वालियां जां पेंट दे विच अड़ा लेंदे, कशहरे विच अड़ा लेंदे ने। पेंट कशहरा आदक हेठां वाला वस्त्र होने करके सुच्चा पवित्र नहीं है। इसलिए गातरे कृपान सही तरीके दे नाल धारण करनी चाहिए है। सुच्चे वस्त्रां दे
ਉੱਪਰ ਦੀ ਪਾ ਕੇ ਰੱਖੇ, ਇਹਦਾ ਕੋਈ ਲਾਮਾ ਨਹੀਂ ਹੈ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਕਿ ਉਠਤ ਬੈਠਤ ਠੇਂਗਾ ਪਰ ਹੈ। ਉੱਠਦਿਆਂ ਬਹਿੰਦਿਆਂ ਤੇਰੇ ਸਿਰ 'ਤੇ ਜਦ ਸੋਟਾ ਪਏਗਾ ਉਦੋਂ ਤੈਨੂੰ ਸ਼ਰਮ ਨਹੀਂ ਆਊ। ਤਬਕਤ ਮੂੰਡ ਲੁਕਾਈਏ, ਫਿਰ ਕਿੱਥੇ ਮੂੰਹ ਲੁਕਾਏਗਾ ਭਾਈ। ਹਰ ਬਿਨ ਬੈਲ ਬੁਰਾਨੇ ਹੋਈ ਹੈ। ਮਹਾਰਾਜ ਦਾ ਨਾਮ ਜਪਣ ਤੋਂ ਬਗੈਰ ਪਸ਼ੂ ਆਦਿਕ ਬਣ ਕੇ ਪਰਾਧੀਨ ਹੋ ਜਾਈਦਾ ਹੈ। ਫਾਟੇ ਨਾਕਣ ਟੂਟੇ ਕਾਧਨ, ਨੱਕ ਪਾੜ ਕੇ ਜੱਟ ਨੱਥ ਪਾ ਲੈਂਦੇ ਨੇ, ਮੋਢਿਆਂ 'ਤੇ ਇੰਨਾ ਭਾਰ ਸੁੱਟ ਲੈਂਦੇ। ਢਾਹ ਬਾਦਕ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਅੱਜ ਕੱਲ੍ਹ ਤਾਂ ਮਸ਼ੀਨਰੀ ਆ ਗਈ, ਪੁਰਾਣਾ ਸਮਾਂ ਸੀ ਉਹ ਗੱਡਿਆਂ ਦੇ ਗੱਡੇ ਭਾਰ ਬਹੁਤਾ ਲੱਦ ਲੈਂਦੇ। ਉਹ ਵਿਚਾਰਾ ਪੱਕੀ ਸੜਕ 'ਤੇ ਕਦਮ ਪੁੱਟਦਾ, ਪੁੱਟਿਆ ਨਾ ਜਾਂਦਾ, ਗੋਡੇ ਰਗੜੇ ਜਾਂਦੇ, ਬੈਠ ਜਾਂਦਾ ਕੁੱਟ ਕੁੱਟ ਕੇ ਤਾਂ ਉੱਪਰ ਨੂੰ ਕਰਦੇ, ਤੁਰਿਆ ਜਾਂਦਾ ਕੋਈ ਨਹੀਂ। ਲੱਕ ਟੁੱਟ ਗਿਆ, ਕੋਦੂ ਕੂ ਪੁਸਕਾਈ ਹੈ। ਖਾਣ ਦੇ ਵੇਲੇ ਕੋਦਰੇ ਦਾ ਭੌਂ ਖਾਏਗਾ ਜਾਂ ਤੂੜੀ ਫੱਕ ਆਦਿਕ ਖਾਣ ਨੂੰ ਮਿਲੇਗੀ। ਜਿਹੜੇ ਢੋਰ ਪਸ਼ੂ ਡੰਗਰਾਂ ਦਾ ਚਾਰਾ ਢੋਣ ਵਾਲੇ ਨੇ ਉਹ ਚਾਰਾ ਹੀ ਢੋਂਦੇ ਮਰ ਜਾਂਦੇ। ਹਰਿਆ ਤਾਂ ਦੁਧਾਰੂ ਪਸ਼ੂਆਂ ਨੂੰ ਲੋਕ ਪਾਉਂਦੇ ਨੇ, ਹਰੇ ਪੱਠੇ ਵੀ ਨਹੀਂ ਪਾਉਂਦੇ। ਅਖੇ ਇਹਨੇ ਤਾਂ ਭਾਰ ਹੀ ਢੋਣਾ ਹੈ। ਖੋਤਿਆਂ ਨੂੰ ਘੋੜਿਆਂ ਨੂੰ ਲੋਕ ਫੱਕ ਪਾਉਂਦੇ ਨੇ ਅਤੇ ਰੂੜੀਆਂ ਦੇ ਵੇਸਟੇਜ 'ਤੇ ਛੱਡ ਦਿੰਦੇ। ਰਹਾਉ ਸਾਰੋ ਦਿਨ ਡੋਲਤ ਬਨ ਮਹੀਆ, ਸਾਰੀ ਦਿਹਾੜੀ ਜੰਗਲ ਦੇ ਵਿੱਚ ਡੋਲਦਾ ਫਿਰੇਗਾ। ਮੂੰਹ ਦੇ ਵਿੱਚ ਦੰਦ ਕਮਜ਼ੋਰ ਹੋ ਜਾਣਗੇ ਬਜ਼ੁਰਗ ਹੋਇਆਂ ਤੋਂ। ਅਜੋ ਨਾ ਪੇਟਾ ਗਈ ਹੈ, ਘਾਹ ਖਾਣ ਦੀ ਕੋਸ਼ਿਸ਼ ਕਰੇਗਾ, ਘਾਹ ਮੂੰਹ ਦੇ ਵਿੱਚ ਆਏਗਾ ਨਹੀਂ। ਸਾਰੀ ਦਿਹਾੜੀ ਚਰਦਾ ਰਹੇਗਾ, ਰੱਜੇਗਾ ਨਹੀਂ। ਜਨ ਭਗਤਨ ਕੋ ਕਹੋ ਨਾ ਮਾਨੋ, ਕਿ ਉਹ ਆਪਣੋ ਪਈ ਹੈ। ਕਬੀਰ ਜੀ ਕਹਿੰਦੇ ਜਿਹੜੇ ਪੁਰਸ਼ ਭਗਤਾਂ ਦੇ ਆਖੇ ਨਹੀਂ ਲੱਗਦੇ ਵੀ ਇਹਨਾਂ ਦਾ ਕੰਮ ਹੀ ਬੋਲਣਾ ਹੈ, ਇਹ ਤਾਂ ਐਵੇਂ ਡਰਾ ਰਹੇ ਨੇ, ਬੋਲੀ ਜਾ ਰਹੇ ਨੇ। ਆ ਜਿਹੜੇ ਕਾਮਰੇਡ ਕੌਮਨਿਸਟ ਨੇ, ਤਰਕਸ਼ੀਲ ਸੁਸਾਇਟੀ, ਕਹਿੰਦੇ ਇਹ ਤਾਂ ਖੇਸ ਡਰਾਉਂਦੇ ਹਨ ਜੀ। ਤੋ ਉਹ ਪੁਜਾਰੀ ਕਹਿ ਕੇ ਭੰਡਦੇ ਨੇ, ਗੁਰੂ ਘਰ ਦੇ ਪ੍ਰਚਾਰਕਾਂ ਦੀ ਨਿੰਦਿਆ ਕਰਦੇ ਨੇ ਕਿ ਇਹਨਾਂ ਦਾ ਕੰਮ ਹੈ ਡਰਾਉਣਾ, ਉਹ ਰੱਬ ਦੀ ਹੋਂਦ ਤੋਂ ਮੁਨਕਰ ਹਨ। ਤੋ ਇਸ ਤਰ੍ਹਾਂ ਜੋ ਭਗਤਾਂ ਦੇ, ਸੰਤਾਂ ਦੇ, ਗੁਰੂਆਂ ਦੇ, ਪੀਰਾਂ ਦੇ ਆਖੇ ਲਾ ਕੇ ਬਾਣੀ ਦਾ ਨਿਤਨੇਮ ਨਹੀਂ ਕਰਦੇ, ਨਾਮ ਨਹੀਂ ਜਪਦੇ, ਕੀ ਉਹ ਆਪਣੋ ਪਈ ਆਪਣਾ ਕੀਤਾ ਪਾਉਂਦੇ ਨੇ। ਅਤੇ ਉਹ ਜੋ ਮਹਾਰਾਜ ਦਾ ਆਸਰਾ ਲੈਂਦੇ ਉਹਨਾਂ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਚੁੱਕ ਲੈਂਦੇ। ਦੁੱਖ ਸੁੱਖ ਕਰਤ ਮਹਾਂਪ੍ਰਭ ਬੂਢੋ, ਅਨਕ ਜੋਨ ਪਰਮਈ ਹੈ। ਹੁਣ ਭੈੜੇ ਹਾਲ 'ਚ ਦਿਨ ਗੁਜ਼ਾਰ ਕੇ ਕੁਰਾਏ ਗਰਕ ਹੋਇਆ ਹੈ ਤੂੰ। ਅਰਖ ਅਨੇਕਾਂ ਜੂਨਾਂ ਦੇ ਵਿੱਚ ਤੂੰ ਭਟਕੇਂਗਾ। ਕਈ ਜਨਮ ਭਇ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ ਰਹਾਓ। ਕਈ ਜਨਮ ਸੈਲ ਗਿਰ ਕਰੀਆ, ਕਈ ਜਨਮ ਗਰਭ ਹਿਰ ਖਰਿਆ। ਸੋ ਕਈ ਜਨਮ ਗਰਭ ਹਿ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਪਰਮਾਇਆ। ਸਾਧ ਸੰਗ ਭਇਓ ਜਨਮ ਪ੍ਰਾਪਤ, ਇਹ ਜਨਮ ਸੰਗਤ ਲਈ ਪ੍ਰਾਪਤ ਹੋਇਆ ਸੀ। ਸਾਧ ਸੰਗ ਭਇਓ ਜਨਮ ਪਦਾਰਥ, ਕਰ ਸੇਵਾ ਭਜ ਹਰ ਹਰ ਗੁਰਮਤਿ। ਇਸ ਲਈ ਸੇਵਾ ਕਰ ਗੁਰਮੁਖਾ, ਸਿੱਧਾ ਹੋ ਕੇ ਗੁਰੂ ਦੀ ਸਿੱਖਿਆ ਲੈ ਕੇ ਹਰੀ ਦਾ ਭਜਨ ਕਰਿਆ ਕਰ। ਅਬ ਨਾ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਤਿਆਗ ਮਾਣ, ਫਜ਼ੂਲ ਦਾ ਮਾਣ ਛੱਡ ਦੇ। ਝੂਠ ਅਭਿਮਾਨ, ਜੀਵਤ ਮਰੇ ਦਰਗਹਿ ਪ੍ਰਵਾਨ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਮਨੁੱਖਾ ਜਨਮ ਰਤਨ ਦੀ ਤਰ੍ਹਾਂ ਅਮੋਲਕ ਹੈ। ਰਤਨ ਜਨਮ ਖੋਇਓ ਪ੍ਰਭ ਵਿਸਰਿਓ, ਇਹੋ ਅਵਸਰਕਤ ਪਈ ਹੈ। ਇਹ ਰਤਨ ਵਰਗਾ ਜਨਮ ਤੂੰ ਪਾ ਕੇ ਮਹਾਰਾਜ ਦੇ ਨਾਮ ਨੂੰ ਭੁਲਾ ਕੇ ਇਹਨੂੰ ਫਜ਼ੂਲ ਦਾ ਗਵਾ ਲਿਆ। ਇਹ ਸਮਾਂ ਫਿਰ ਕਿਤੋਂ ਨਹੀਂ ਤੈਨੂੰ ਮਿਲੇਗਾ। ਪ੍ਰਮਦ ਫਿਰਤ ਤੇਲਕ ਕੇ ਕੱਪ ਜਿਉਂ ਗਤ ਬਿਨ ਰਹਿਣ ਬਹਈ ਹੈ। ਤੇਲੀ ਦੇ ਬਲਦਵਾਂ ਖੋਪੇ ਜੇ ਲਾ ਕੇ ਸਾਰੀ ਰਾਤ ਤੇਲ ਕੱਢਦਾ ਰਹੇਗਾ ਅਤੇ ਸਮਝੇਗਾ ਮੈਂ ਬੜੀ ਦੂਰ ਪਹੁੰਚ ਗਿਆ, ਅਤੇ ਪਰ ਉੱਥੇ ਹੀ ਖੜਾ ਖੜੋਤਾ ਰਹੇਗਾ। ਇਉਂ ਚੱਕੀ ਦੀ ਤਰ੍ਹਾਂ ਘੁੰਮਦਾ ਰਹੇਗਾ। ਗ੍ਰਸਤ ਪਰਿਵਾਰ ਦੇ ਆਲੇ ਦੁਆਲੇ ਸਫ਼ਰ ਤੈਅ ਨਹੀਂ ਹੁੰਦਾ। ਬੰਦਾ ਸੋਚਦਾ ਮੈਂ ਬੜੀ ਤਰੱਕੀ ਕਰ ਲਈ ਹੈ, ਅਤੇ ਪਰ ਜਦੋਂ ਜਾਨ ਨਿਕਲਦੀ ਉੱਥੇ ਹੀ ਖੜਾ ਹੁੰਦਾ। ਸਭ ਕੁਛ ਹੀ ਗਵਾਚ ਗਿਆ।
ਅੱਖਾਂ ਫਿਰ ਖੁੱਲ੍ਹਦੀਆਂ। ਕਹਿਤ ਕਬੀਰ ਰਾਮ ਨਾਮ ਬਿਨ ਮੂੰਢ ਧੁਨੇ ਪਛਤਾਈ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸਿਰ ਫੇਰ ਕੇ ਪਛਚਾਤਾਪ ਕਰਨਾ ਪਊਗਾ ਹੀ ਉਹ। ਇਸ ਲਈ ਗੱਲ ਨੂੰ ਸਮਝ ਲਾ, ਸਮਝ ਕੇ ਪੱਲੇ ਬੰਨ੍ਹ ਲਾ ਤਾਂ ਤੇਰਾ ਭਲਾ ਹੈ। ਇਉਂ ਗੁਰੂ ਸਾਹਿਬ ਨੇ ਅੱਜ ਦੀ ਕਥਾ ਦੇ ਵਿੱਚ ਰਸਨਾ ਅਤੇ ਸਰੀਰ ਦਾ ਨਾਮ ਲੈ ਕੇ ਇਹ ਕਮੈਂਟ ਕੀਤੇ ਨੇ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸਾਨੂੰ ਸਮਝ ਆ ਜਾਏ, ਅਸੀਂ ਗੁਰੂ ਜੀ ਦੀ ਸਿੱਖਿਆ ਮੰਨ ਕੇ ਆਪ ਦਾ ਭਲਾ ਕਰ ਸਕੀਏ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ। ਅੱਗੇ ਦੋ ਸਮਤ ਬਖਸ਼ਨੇ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਾਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।